ਵਿਦਿਅਕ ਅਕਾਦਮਿਕ ਆਜ਼ਾਦੀ ਦੀ ਗੱਲ ਕਰਨੀ ਹੋਵੇ, ਹੁਣੇ ਥੋੜ੍ਹੇ ਮਾਰਚ ਦੇ ਮਹੀਨੇ ਦੀ, ਅਪ੍ਰੈਲ ਦੇ ਮਹੀਨੇ ਦੀ ਇਹ ਗੱਲ ਹੈ ਕਿ ਜਦੋਂ ਆਸਟ੍ਰੇਲੀਆ ਦੇ ਵਿੱਚ ਇੱਕ ਸੰਸਥਾ ਹੈ, ਆਸਟ੍ਰੇਲੀਆ ਇੰਡੀਆ ਇੰਸਟੀਚਿਊਟ। ਉਹ ਆਸਟ੍ਰੇਲੀਆ ਇੰਡੀਆ ਇੰਸਟੀਚਿਊਟ ਇਸ ਲਈ ਬਣੀ ਸੀ ਕਿ ਜਦੋਂ ਉੱਥੇ ਆਸਟ੍ਰੇਲੀਆ ਦੇ ਵਿੱਚ ਹਿੰਦੁਸਤਾਨੀ ਨਿਆਣਿਆਂ ਦੇ ਉੱਤੇ, ਵਿਦਿਆਰਥੀਆਂ ਦੇ ਉੱਤੇ ਕੁਝ ਹਮਲੇ ਹੋਣ ਲੱਗ ਗਏ ਸੀ ਨਸਲੀ, ਤਾਂ ਇੱਕ ਸੰਸਥਾ ਬਣਾਈ ਸੀ ਤਾਂ ਜੋ ਉੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਉੱਥੋਂ ਦੇ 13 ਪ੍ਰੋਫੈਸਰਾਂ ਨੇ ਲਿਖ ਕੇ ਅਸਤੀਫਾ ਦਿੱਤਾ। ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਿਹੜਾ ਇੰਡੀਅਨ ਹਾਈ ਕਮਿਸ਼ਨ ਹੈ ਉਹ ਬੜੀ ਬੁਰੀ ਤਰ੍ਹਾਂ ਸਾਡੀ ਰਿਸਰਚ ਦੇ ਵਿੱਚ ਦਖਲ ਦੇ ਰਿਹਾ ਅਤੇ ਸਾਨੂੰ ਉਸ ਤਰ੍ਹਾਂ ਦੀ ਖੋਜ ਕਰਨ ਲਈ ਮਜਬੂਰ ਕਰ ਰਿਹਾ ਜਿਹੜੀ ਕਿ ਸੱਚ ਨਹੀਂ ਹੈ। ਸਾਡੇ ਨਾਲ ਕੋਲੋਂ ਧੱਕੇ ਨਾਲ ਹਿੰਦੁਸਤਾਨ ਦੇ ਵਿੱਚ ਜਿਹੜੀ ਮੁਸਲਮਾਨਾਂ ਨਾਲ ਧੱਕਾ ਹੋ ਰਿਹਾ ਜਾਂ ਹੋਰ ਜਿਹੜੀਆਂ ਵੀ ਦਲਿਤਾਂ ਨਾਲ ਧੱਕਾ ਹੋ ਰਿਹਾ, ਜਿਹੜੀਆਂ ਵੀ ਸਬਆਰਡੀਨੇਟ ਜਾਂ ਅਧੀਨ ਕੌਮਾਂ ਨੇ ਉਹਨਾਂ ਨਾਲ ਧੱਕਾ ਹੋ ਰਿਹਾ, ਉਹਨਾਂ ਦੀ ਗੱਲ ਕਰਨ ਤੋਂ ਸਾਨੂੰ ਵਰਜ ਰਿਹਾ। ਸਾਨੂੰ ਸਿਰਫ ਹਕੂਮਤ ਦੇ ਸੋਹਲੇ ਗਾਉਣ ਲਈ ਕਹਿ ਰਿਹਾ। ਉਹਨਾਂ ਨੇ ਜਿਹੜੀ ਅਰਜੀ ਲਿਖੀ, ਪੱਤਰ ਲਿਖਿਆ, ਅਸਤੀਫਾ ਪੱਤਰ, ਉਹਦੇ ਵਿੱਚ ਉਹਨਾਂ ਇੱਕ ਗੱਲ ਆਖੀ ਕਿ ਇੱਕ ਅਸੀਂ ਸੈਮੀਨਾਰ ਰੱਖਿਆ ਸੀ, ਉਹ ਰੱਖਿਆ ਸੀ ਵੀ ਹਿੰਸਾ 'ਤੇ, ਕਿ ਹਿੰਸਾ ਦਾ ਹਿੰਦੁਸਤਾਨ ਦਾ ਪ੍ਰਸੰਗ। ਉਹ ਕਹਿੰਦੇ ਇੱਕ ਅਸੀਂ ਪਬਲਿਕ ਕਾਲ ਕੀਤੀ ਸੀ, ਸਾਰੇ ਲੋਕਾਂ ਨੂੰ ਬੁਲਾਇਆ ਸੀ ਉਸ ਸੈਮੀਨਾਰ ਦੇ ਵਿੱਚ, ਅਤੇ ਇੰਡੀਅਨ ਹਾਈ ਕਮਿਸ਼ਨ ਦੇ ਦਬਾਅ ਪੈਣ ਕਰਕੇ ਉਹਨਾਂ ਨੇ ਕਿਹਾ ਵੀ ਇਸ ਵਿਸ਼ੇ 'ਤੇ ਤੁਸੀਂ ਸੈਮੀਨਾਰ ਨਾ ਕਰੋ, ਅਤੇ ਉਹ ਸੈਮੀਨਾਰ ਨੂੰ ਉਹਨਾਂ ਨੇ ਸਿਰਫ ਮਤਲਬ ਸੱਦਾ ਭੇਜੇ ਗਏ ਲੋਕਾਂ ਤੱਕ ਸੀਮਿਤ ਕਰ ਦਿੱਤਾ, ਇਨਵਾਈਟੀ ਲੈਕਚਰ ਬਣਾ ਦਿੱਤਾ, ਜਦ ਕਿ ਉਹ ਸਾਰੇ ਲੋਕਾਂ ਤੱਕ ਸੀ। ਕਿਉਂਕਿ ਜਿਹੜੀ ਹਿੰਸਾ ਦੀ ਗੱਲ ਹੈ, ਜੇ ਉਹ ਹਿੰਸਾ ਦੀ ਗੱਲ ਸਾਹਮਣੇ ਆਉਂਦੀ ਆ ਤਾਂ ਕੇਵਲ ਆਸਟ੍ਰੇਲੀਆ ਵਾਲਾ ਜਿਹੜਾ ਹਾਈ ਕਮਿਸ਼ਨ ਨਹੀਂ, ਲਗਭਗ ਸਾਰੇ ਦੇਸ਼ਾਂ ਦੇ ਜਿਹੜੇ ਹਾਈ ਕਮਿਸ਼ਨ ਨੇ ਹਿੰਦੁਸਤਾਨ ਦੇ, ਉਹ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਖੜੀਆਂ ਕਰਦੇ ਨੇ। ਉਹ ਤੋਂ ਸਿਵਾਏ ਜਦੋਂ ਇੱਥੇ ਤੁਸੀਂ ਹਿੰਦੁਸਤਾਨ 'ਚ ਆ ਜਾਓ, ਇੱਥੇ ਤਾਂ ਬੜਾ ਲੰਬਾ ਇਤਿਹਾਸ ਆ ਅਕਾਦਮਿਕਤਾ ਨੂੰ ਦੱਬਣ ਦਾ। ਵਿਦਿਅਕ ਅਕਾਦਮਿਕ ਆਜ਼ਾਦੀ ਦੀ ਗੱਲ ਕਰਨੀ ਹੋਵੇ, ਹੁਣੇ ਥੋੜ੍ਹੇ ਮਾਰਚ ਦੇ ਮਹੀਨੇ ਦੀ, ਅਪ੍ਰੈਲ ਦੇ ਮਹੀਨੇ ਦੀ ਇਹ ਗੱਲ ਹੈ ਕਿ ਜਦੋਂ ਆਸਟ੍ਰੇਲੀਆ ਦੇ ਵਿੱਚ ਇੱਕ ਸੰਸਥਾ ਹੈ, ਆਸਟ੍ਰੇਲੀਆ ਇੰਡੀਆ ਇੰਸਟੀਚਿਊਟ। ਉਹ ਆਸਟ੍ਰੇਲੀਆ ਇੰਡੀਆ ਇੰਸਟੀਚਿਊਟ ਇਸ ਲਈ ਬਣੀ ਸੀ ਕਿ ਜਦੋਂ ਉੱਥੇ ਆਸਟ੍ਰੇਲੀਆ ਦੇ ਵਿੱਚ ਹਿੰਦੁਸਤਾਨੀ ਨਿਆਣਿਆਂ ਦੇ ਉੱਤੇ, ਵਿਦਿਆਰਥੀਆਂ ਦੇ ਉੱਤੇ ਕੁਝ ਹਮਲੇ ਹੋਣ ਲੱਗ ਗਏ ਸੀ ਨਸਲੀ, ਤਾਂ ਇੱਕ ਸੰਸਥਾ ਬਣਾਈ ਸੀ ਤਾਂ ਜੋ ਉੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਉੱਥੋਂ ਦੇ 13 ਪ੍ਰੋਫੈਸਰਾਂ ਨੇ ਲਿਖ ਕੇ ਅਸਤੀਫਾ ਦਿੱਤਾ। ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਿਹੜਾ ਇੰਡੀਅਨ ਹਾਈ ਕਮਿਸ਼ਨ ਹੈ ਉਹ ਬੜੀ ਬੁਰੀ ਤਰ੍ਹਾਂ ਸਾਡੀ ਰਿਸਰਚ ਦੇ ਵਿੱਚ ਦਖਲ ਦੇ ਰਿਹਾ ਅਤੇ ਸਾਨੂੰ ਉਸ ਤਰ੍ਹਾਂ ਦੀ ਖੋਜ ਕਰਨ ਲਈ ਮਜਬੂਰ ਕਰ ਰਿਹਾ ਜਿਹੜੀ ਕਿ ਸੱਚ ਨਹੀਂ ਹੈ। ਸਾਡੇ ਨਾਲ ਕੋਲੋਂ ਧੱਕੇ ਨਾਲ ਹਿੰਦੁਸਤਾਨ ਦੇ ਵਿੱਚ ਜਿਹੜੀ ਮੁਸਲਮਾਨਾਂ ਨਾਲ ਧੱਕਾ ਹੋ ਰਿਹਾ ਜਾਂ ਹੋਰ ਜਿਹੜੀਆਂ ਵੀ ਦਲਿਤਾਂ ਨਾਲ ਧੱਕਾ ਹੋ ਰਿਹਾ, ਜਿਹੜੀਆਂ ਵੀ ਸਬਆਰਡੀਨੇਟ ਜਾਂ ਅਧੀਨ ਕੌਮਾਂ ਨੇ ਉਹਨਾਂ ਨਾਲ ਧੱਕਾ ਹੋ ਰਿਹਾ, ਉਹਨਾਂ ਦੀ ਗੱਲ ਕਰਨ ਤੋਂ ਸਾਨੂੰ ਵਰਜ ਰਿਹਾ। ਸਾਨੂੰ ਸਿਰਫ ਹਕੂਮਤ ਦੇ ਸੋਹਲੇ ਗਾਉਣ ਲਈ ਕਹਿ ਰਿਹਾ। ਉਹਨਾਂ ਨੇ ਜਿਹੜੀ ਅਰਜੀ ਲਿਖੀ, ਪੱਤਰ ਲਿਖਿਆ, ਅਸਤੀਫਾ ਪੱਤਰ, ਉਹਦੇ ਵਿੱਚ ਉਹਨਾਂ ਇੱਕ ਗੱਲ ਆਖੀ ਕਿ ਇੱਕ ਅਸੀਂ ਸੈਮੀਨਾਰ ਰੱਖਿਆ ਸੀ, ਉਹ ਰੱਖਿਆ ਸੀ ਵੀ ਹਿੰਸਾ 'ਤੇ, ਕਿ ਹਿੰਸਾ ਦਾ ਹਿੰਦੁਸਤਾਨ ਦਾ ਪ੍ਰਸੰਗ। ਉਹ ਕਹਿੰਦੇ ਇੱਕ ਅਸੀਂ ਪਬਲਿਕ ਕਾਲ ਕੀਤੀ ਸੀ, ਸਾਰੇ ਲੋਕਾਂ ਨੂੰ ਬੁਲਾਇਆ ਸੀ ਉਸ ਸੈਮੀਨਾਰ ਦੇ ਵਿੱਚ, ਅਤੇ ਇੰਡੀਅਨ ਹਾਈ ਕਮਿਸ਼ਨ ਦੇ ਦਬਾਅ ਪੈਣ ਕਰਕੇ ਉਹਨਾਂ ਨੇ ਕਿਹਾ ਵੀ ਇਸ ਵਿਸ਼ੇ 'ਤੇ ਤੁਸੀਂ ਸੈਮੀਨਾਰ ਨਾ ਕਰੋ, ਅਤੇ ਉਹ ਸੈਮੀਨਾਰ ਨੂੰ ਉਹਨਾਂ ਨੇ ਸਿਰਫ ਮਤਲਬ ਸੱਦਾ ਭੇਜੇ ਗਏ ਲੋਕਾਂ ਤੱਕ ਸੀਮਿਤ ਕਰ ਦਿੱਤਾ, ਇਨਵਾਈਟੀ ਲੈਕਚਰ ਬਣਾ ਦਿੱਤਾ, ਜਦ ਕਿ ਉਹ ਸਾਰੇ ਲੋਕਾਂ ਤੱਕ ਸੀ। ਕਿਉਂਕਿ ਜਿਹੜੀ ਹਿੰਸਾ ਦੀ ਗੱਲ ਹੈ, ਜੇ ਉਹ ਹਿੰਸਾ ਦੀ ਗੱਲ ਸਾਹਮਣੇ ਆਉਂਦੀ ਆ ਤਾਂ ਕੇਵਲ ਆਸਟ੍ਰੇਲੀਆ ਵਾਲਾ ਜਿਹੜਾ ਹਾਈ ਕਮਿਸ਼ਨ ਨਹੀਂ, ਲਗਭਗ ਸਾਰੇ ਦੇਸ਼ਾਂ ਦੇ ਜਿਹੜੇ ਹਾਈ ਕਮਿਸ਼ਨ ਨੇ ਹਿੰਦੁਸਤਾਨ ਦੇ, ਉਹ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਖੜੀਆਂ ਕਰਦੇ ਨੇ। ਉਹ ਤੋਂ ਸਿਵਾਏ ਜਦੋਂ ਇੱਥੇ ਤੁਸੀਂ ਹਿੰਦੁਸਤਾਨ 'ਚ ਆ ਜਾਓ, ਇੱਥੇ ਤਾਂ ਬੜਾ ਲੰਬਾ ਇਤਿਹਾਸ ਆ ਅਕਾਦਮਿਕਤਾ ਨੂੰ ਦੱਬਣ ਦਾ।